हम ना सकत कर सिफत तुम्हारी, आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਈ ਗੋਦਾ ਗੁਰ ਭਗਤ ਗੁਰ ਮੂਰਤ ਕੋ ਧਿਆਨ, ਦਰਸਹਿ ਦਰਸ਼ਨ ਹਿਰਦੇ ਮਹਿ ਸਦਾ ਨੇਮ ਇੱਕ ਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਸਤਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਦੇ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਗੋਂਦਾ ਜੀ, ਜਿਨ੍ਹਾਂ ਨੂੰ ਉਦਾਸੀ ਸੰਪਰਦਾ ਦੇ 4 ਧੂਣਿਆਂ ਵਿੱਚ ਮੁਖੀ ਮੰਨਿਆ ਜਾਂਦਾ ਹੈ, ਉਹਨਾਂ ਮਹਾਂਪੁਰਸ਼ਾਂ ਦੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਈ ਗੋਦਾ ਗੁਰ ਭਗਤ ਭਾਈ ਗੋਂਦਾ ਜੀ ਗੁਰੂ ਕੇ ਪੱਕੇ ਭਗਤ ਹੋਏ ਹਨ। ਗੁਰ ਮੂਰਤ ਕੋ ਧਿਆਨ, ਇਹਨਾਂ ਦਾ 8 ਪੈਰ ਗੁਰੂ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੇ ਸਰੂਪ ਦਾ ਧਿਆਨ ਕਰਨ ਦੀ ਸਾਧਨਾ ਕਰਦੇ ਸੀ। ਦਰਸਹਿ ਦਰਸ਼ਨ ਹਿਰਦੇ ਮਹਿ, ਗੁਰੂ ਸਾਹਿਬ ਜੀ ਦੇ ਹਰ ਵੇਲੇ ਆਪਣੇ ਹਿਰਦੇ 'ਚ ਦਰਸ਼ਨ ਕਰਦੇ ਰਹਿੰਦੇ ਸਨ। ਸਦਾ ਨੇਮ ਇੱਕ ਜਾਨ, ਇਹ ਸਦਾ ਉਹਨਾਂ ਦਾ ਨੇਮ ਸੀ ਵੀ ਹਰ ਵੇਲੇ ਮਹਾਰਾਜ ਦੇ ਸਰੂਪ ਦਾ ਧਿਆਨ ਕਰਦੇ ਸਨ। ਚੌਪਈ। ਸ੍ਰੀ ਸਤਿਗੁਰ ਪੂਰਨ ਹਰਿਰਾਏ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪੂਰੇ ਸਤਿਗੁਰੂ, ਕਿਤਕ ਸਮੋ ਢਿਗ ਸੇਵ ਕਮਾਏ। ਉਹਨਾਂ ਦੇ ਕੋਲ ਭਾਈ ਗੋਂਦੇ ਨੇ ਕਾਫੀ ਸਮਾਂ ਸੇਵਾ ਕੀਤੀ ਹੈ। ਭਏ ਪ੍ਰਸੰਨ ਏਕ ਦਿਨ ਹੇਰਾ, ਇਸ ਦੀ ਸੇਵਾ ਤੋਂ ਮਹਾਰਾਜ ਪ੍ਰਸੰਨ ਹੋ ਗਏ। ਪੂਰੀ ਲਗਨ ਨਾਲ ਸੇਵਾ ਕਰਦਾ ਸੀ। ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ ਤੇ ਪ੍ਰੇਮੀ ਦਾ ਪ੍ਰੇਮ ਵੇਖ ਕੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਇਸ ਉੱਤੇ ਕਿਰਪਾ ਕੀਤੀ ਹੈ। ਕਹਿਓ ਬਾਕ ਸ਼੍ਰੀ ਮੁਖ ਤਿਸ ਬੇਰਾ, ਤੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਮਹਾਰਾਜ ਭਾਈ ਗੋਂਦੇ ਪ੍ਰਤੀ ਹੁਕਮ ਕੀਤਾ। ਕਾਬਲ ਕੇਰ ਵਲਾਇਤ ਜੋਏ, ਇਹ ਭਾਈ ਗੋਂਦਾ ਜੋ ਕਾਬਲ ਕੰਧਾਰ ਦਾ ਇਲਾਕਾ ਹੈ, ਤਹ ਕੀ ਸੰਗਤ ਸਿੱਖ ਸਭ ਕੋਏ। ਜੋ ਅਫਗਾਨਿਸਤਾਨ ਦਾ ਦੇਸ਼ ਹੈ, ਉੱਥੋਂ ਦੀਆਂ ਜਿਹੜੀਆਂ ਸਿੱਖ ਸੰਗਤਾਂ ਗੁਰੂ ਕੇ ਪਿਆਰੇ ਹਨ, ਤਹਾਂ ਰਹੋ ਸਭ ਕੀ ਸੁਧ ਲੇਹੋ। ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੁਹਾਡੀ ਲੋੜ ਹੈ ਤੇ ਤੁਸੀਂ ਉੱਥੇ ਗੋਂਦਾ ਜੀ ਕਾਬਲ ਚਲੇ ਜਾਓ ਤੇ ਕਾਬਲ ਵਿੱਚ ਸਿੱਖਾਂ ਦੀ ਖਬਰਸਾਰ ਲਵੋ, ਉਹਨਾਂ ਨੂੰ ਗੁਰੂ ਨਾਲ ਜੋੜ ਕੇ ਰੱਖੋ। ਸਿੱਖੀ ਕੋ ਉਪਦੇਸ਼ ਕਰੇ ਹੋ, ਸਿੱਖੀ ਦਾ ਉਪਦੇਸ਼ ਦੇਣਾ ਹੈ। ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਇਹ ਜੋ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਮਤ ਹੈ, ਇਹ ਕਾਬਲ ਦੇ ਲੋਕਾਂ ਨੂੰ ਦ੍ਰਿੜ ਕਰਾਓ। ਤਹ ਕੀ ਜੋਗਰ ਕਰ ਅਸ਼ੇਸ਼, ਉੱਥੋਂ ਜੋ ਗੁਰੂ ਘਰ ਦੀ ਕਾਰ ਭੇਟਾ ਹੈ, ਸੰਗਤ ਦਾ ਦਸਵੰਧ ਮੰਨਤ ਮਨੌਤ ਹੈ, ਗੁਰੂ ਕੇ ਸਿੱਖਾਂ ਦੀ ਮਾਇਆ ਹੈ, ਕਰਹੁ ਸਕੇਲਨ ਸਗਰੇ ਦੇਸ਼। ਉਹ ਸਾਰੀ ਇਕੱਠੀ ਕਰਕੇ ਦਸਵੰਧ ਇੱਥੇ ਸ੍ਰੀ ਕੀਰਤਪੁਰ ਸਾਹਿਬ ਲਿਆਇਆ ਕਰੋ। ਸੰਤ ਅਥਿਤ ਸਿੱਖਿਅਨ ਅਚਵਾਵਹੁ, ਜਿੰਨੀ ਮਾਇਆ ਇਕੱਠੀ ਹੁੰਦੀ ਹੈ ਉਹਦੇ ਨਾਲ ਸੰਤਾਂ ਨੂੰ, ਅਤਿਥੀਆਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਇਆ ਕਰੋ। ਗੁਰ ਕੀ ਦੇਗ ਵਿਸਾਲ ਚਲਾਵਹੁ, ਉੱਥੇ ਵੀ ਗੁਰੂ ਦੀ ਦੇਗ ਚਲਾਣੀ ਹੈ। ਜਿੱਥੇ ਗੁਰਦੁਆਰੇ ਬਣੇ ਹਨ ਉੱਥੇ ਲੰਗਰ ਵੀ ਜ਼ਰੂਰੀ ਹੈ। ਗੁਰੂ ਕੀ ਸੰਗਤ ਗੁਰੂ ਦੇ ਕੋਲ ਵੀ ਹੈ ਤੇ ਗੁਰੂ ਦੀ ਸੰਗਤ ਗੁਰੂ ਤੋਂ ਦੂਰ ਵੀ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰੂ ਘਰ ਲਾਈ ਆ, ਇੱਕ ਤੇ ਗੁਰੂ ਦੇ ਬਿਲਕੁਲ ਨੇੜੇ ਰਹਿ ਕੇ ਸੇਵਾ ਕਰਦੇ, ਪ੍ਰਸ਼ਾਦਾ ਉਹਨਾਂ ਨੇ ਵੀ ਛਕਣਾ ਹੈ। ਇੱਕ ਗੁਰੂ ਤੋਂ ਦੂਰ ਰਹਿੰਦੇ, ਉਹਨਾਂ ਨੇ ਨਹੀਂ ਛਕਣਾ, ਉਹਨਾਂ ਨੂੰ ਵੀ ਪ੍ਰਸ਼ਾਦੇ ਦੀ ਲੋੜ ਹੈ। ਇਸ ਕਰਕੇ ਉੱਥੇ ਵੀ ਕਾਬਲ ਦੇ ਵਿੱਚ ਵੀ ਜਿਹੜਾ ਵੀ ਕੋਈ ਲੋੜਵੰਦ ਹੋਵੇ, ਗੁਰੂ ਕੇ ਦਸਵੰਧ ਵਿੱਚੋਂ ਉਹਨੂੰ ਲੰਗਰ ਪਹਿਲਾਂ ਛਕਾਉਣਾ ਹੈ। ਸੋ ਮੁਝ ਰੇ ਸਗਰੀ ਪਰ ਜਾਏ, ਜਿਹੜੀ ਤੁਸੀਂ ਉੱਥੇ ਗੁਰੂ ਕੇ ਸਿੱਖਾਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਭਾਈ ਸਾਹਿਬ ਗੁਰੂ ਦੇ ਦਸਵੰਧ ਵਿੱਚੋਂ ਮਾਇਆ ਖਰਚੋਗੇ, ਉਹ ਵੀ ਸਾਡੇ ਕੋਲ ਪਹੁੰਚੀ ਸਮਝੋ। ਸਾਨੂੰ ਇਹ ਨਹੀਂ ਵੀ ਇੱਥੇ ਜ਼ਰੂਰੀ ਆਵੇ, ਜਿਹੜੀ ਗੁਰੂ ਦੀ ਮਾਇਆ ਦਸਵੰਧ ਦੀ ਹੈ, ਜੇ ਤੁਸੀਂ ਉੱਥੇ ਕਾਬਲ ਦੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਲਾ ਦਿਓਗੇ, ਗਰੀਬਾਂ ਨੂੰ, ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਓਗੇ, ਤਾਂ ਤੁਹਾਡੀ ਉਹ ਮਾਇਆ ਵੀ ਗੁਰੂ ਦੇ ਲੇਖੇ ਲੱਗੇਗੀ। ਅਪਰ ਦੇਗ ਜੇ ਤੱਕ ਸਮੁਦਾਏ, ਬਾਕੀ ਜਿਹੜਾ ਲੰਗਰ ਤੋਂ ਬਚ ਜਾਵੇ, ਭਾਵ ਗੁਰੂ ਘਰ ਦੇ ਉੱਥੇ ਜਿਹੜੇ ਖਰਚੇ ਹਨ ਉਹਨਾਂ ਤੋਂ ਮਾਇਆ ਵੱਧ ਜਾਵੇ, ਸਕਲ ਹਜ਼ੂਰ ਪਠਾਵਨ ਕਰੋ, ਉਹ ਗੁਰੂ ਘਰ ਦੇ ਵਿੱਚ ਭੇਜਣਾ ਕਰੋ। ਸਾਧ ਸੰਗਤ ਜੀ,
ਪੁਰਾਤਨ ਸਿੰਘ ਜਿਹੜੇ ਸਨ ਇਹਨਾਂ ਗੱਲਾਂ ਨੂੰ ਸਮਝਦੇ ਸੀ। ਅੱਜ ਕੱਲ੍ਹ ਨਾ ਸਾਡੇ 'ਚ ਇੱਕ ਰਿਵਾਜ ਪੈ ਗਿਆ, ਗੁਰਦੁਆਰੇ 'ਚ ਕੋਈ ਗ੍ਰੰਥੀ ਰਾਗੀ, ਕੋਈ ਕਮੇਟੀ, ਕੋਈ ਪ੍ਰਬੰਧਕ, ਕੋਈ ਸੰਤ ਮਹੰਤ ਬੈਠਾ, ਉਹਨੂੰ ਫਟਾਫਟ ਇਹ ਸਰੋਪਾ ਦਿੰਦੇ ਖਾ ਗਿਆ ਹੈ। ਇੱਕ ਮਹਾਂਪੁਰਸ਼ ਹੋਏ ਬਾਬਾ ਸੰਤ ਬਾਬਾ ਸਾਧੂ ਸਿੰਘ ਜੀ। ਇਹ ਸਾਧ ਸੰਗਤ ਜੀ ਜਿਹੜੀ ਮਸਤੂ ਆਣੇ ਵਾਲੀ ਸੰਪਰਦਾ, ਇਹਨਾਂ ਵਿੱਚ ਇੱਕ ਨਿਹੰਗਾਂ ਸਿੰਘਾਂ ਦੀ ਸੰਪਰਦਾ ਵੀ ਨਿਕਲੀ ਹੈ। ਬਾਬਾ ਹਰੀ ਸਿੰਘ ਜੀ ਮਹਾਂਪੁਰਸ਼ ਹੋਏ, ਉਹਨਾਂ ਦੇ ਚੇਲੇ ਬਾਬਾ ਸਾਧੂ ਸਿੰਘ ਜੀ ਹੋਏ। ਉਹਨਾਂ ਨੂੰ ਕੀਰਤਨ ਖੜ ਕੇ ਕਰਿਆ ਕਰਦੇ ਸਨ। ਤੇ ਆਗਰੇ ਦੀ ਸੰਗਤ ਨੇ ਬੇਨਤੀ ਕੀਤੀ ਵੀ ਗੁਰਦੁਆਰਾ ਗੁਰੂ ਕਾ ਤਾਲ ਹੈ, ਇਹਦੀ ਸੇਵਾ। ਬਾਬਾ ਜੀ ਆਏ, ਉਦੋਂ ਗੁਰਦੁਆਰਾ ਛੋਟਾ ਜਿਹਾ ਸੀ, ਸੰਗਤ ਵੀ ਸਵਾਈ ਸੀ। ਤੇ 1970 ਦੀ ਗੱਲ ਹੈ, ਅੱਜ ਤੋਂ 50 ਸਾਲ ਪਹਿਲੀ ਹੈ। ਤੇ ਉੱਥੇ ਉਹਨਾਂ ਨੇ ਜਦੋਂ ਸੇਵਾ ਸੰਭਾਲ ਬਾਬਾ ਜੀ ਨੂੰ ਕਰਾਉਣੀ ਸੀ, ਤੇ ਉਹਨਾਂ ਨੇ ਕਿਹਾ ਪਹਿਲਾਂ ਮੇਰੀ ਗੱਲ ਸੁਣ ਲਓ, ਫਿਰ ਮੈਂ ਸੇਵਾ ਸ਼ੁਰੂ ਕਰਾਂਗਾ। ਸੰਗਤ ਕਹਿਣ ਲੱਗੀ, ਮਹਾਂਪੁਰਸ਼ ਪਤਾ ਨਹੀਂ ਕੀ ਕਹਿਣ ਲੱਗੇ। ਉਹ ਕਹਿੰਦੇ ਪਹਿਲੀ ਗੱਲ ਹੈ ਵੀ ਖਾਵਾਂਗੇ, ਪਹਿਲੀ ਗੱਲ ਹੈ ਖਾਵਾਂਗੇ। ਜੇ ਅਸੀਂ ਇੱਥੇ ਰਹਿਣਾ ਹੈ, ਝਾੜੂ ਫੇਰਨਾ, ਦੀਵਾ ਬੱਤੀ ਕਰਨੀ ਹੈ, ਗੁਰਦੁਆਰੇ 'ਚ ਭੁੱਖੇ ਤਾਂ ਨਹੀਂ ਮਰਨਾ, ਰੋਟੀ ਤਾਂ ਖਾਣੀ ਹੈ, ਖਾਵਾਂਗੇ। ਫਿਰ ਜਿਹੜਾ ਸਾਡੇ ਤੋਂ ਬਚ ਗਿਆ ਉਹ ਸੰਗਤ ਆਈ ਗਈ ਨੂੰ ਵੀ ਖਵਾਵਾਂਗੇ। ਵੀ ਜੇ ਆਪ ਹੀ ਨਹੀਂ ਖਾਧਾ ਤਾਂ ਸੰਗਤ ਨੂੰ ਵੀ ਖਵਾਉਣਾ। ਪਹਿਲਾਂ ਖਾਵਾਂਗੇ, ਫਿਰ ਆਏ ਗਏ ਗੁਰਸਿੱਖਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੰਗਤ ਨੂੰ, ਯਾਤਰੂ ਨੂੰ ਪ੍ਰਸ਼ਾਦਾ ਛਕਾਵਾਂਗੇ। ਜਿਹੜਾ ਸੰਗਤ ਤੋਂ ਵੀ ਬਚ ਗਿਆ ਉਹ ਬਿਲਡਿੰਗ 'ਤੇ ਲਾਵਾਂਗੇ। ਇਹ ਨਾ ਹੋਵੇ ਤੁਸੀਂ ਪਹਿਲਾਂ ਹੀ ਕਹੋ ਵੀ ਖਾ ਗਿਆ। ਜੇ ਕੁਝ ਖਾਣਾ ਨਹੀਂ ਤੇ ਪਕਾਉਣਾ ਕਿਹਨੇ ਆ ਤੇ ਵਰਤਾਣਾ ਕਿਹਨੇ ਆ? ਪਹਿਲਾਂ ਤੇ ਖਾਵਾਂਗੇ, ਫਿਰ ਖਵਾਵਾਂਗੇ, ਫਿਰ ਬਿਲਡਿੰਗ 'ਤੇ ਲਾਵਾਂਗੇ। ਗੁਰੂ ਹਰਿਰਾਏ ਸਾਹਿਬ ਇਹੀ ਗੱਲ ਭਾਈ ਗੋਂਦੇ ਨੂੰ ਕਹਿ ਰਹੇ ਆ ਕਿ ਜਿਹੜੀ ਦਸਵੰਧ ਦੀ ਮਾਇਆ ਆਉਣੀ ਹੈ ਨਾ, ਪਹਿਲਾਂ ਉਸ ਇਲਾਕੇ ਵਿੱਚ ਜਿੱਥੋਂ ਮਾਇਆ ਆ ਰਹੀ, ਉੱਥੇ ਵੀ ਤਾਂ ਸਿੱਖਾਂ ਨੂੰ ਵਿਚਾਰਿਆਂ ਨੂੰ ਕੁਛ ਪ੍ਰਸ਼ਾਦਾ ਪਾਣੀ ਮਿਲੇ, ਉਹਨਾਂ ਦੀ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹਨਾਂ ਨੂੰ ਪ੍ਰਚਾਰ ਦੀਆਂ ਉਹ ਵੀ ਹੋਣ। ਉੱਥੋਂ ਜਿਹੜੀ ਬਚ ਜਾਵੇ ਫਿਰ ਗੁਰੂ ਕੇ ਲੰਗਰਾਂ ਲਈ ਕੀਰਤਪੁਰ ਸਾਹਿਬ ਭੇਜ ਦਿਓ। ਸਿੱਖ ਸੰਗਤ ਤੇ ਜੇ ਤੱਕ ਧਰੋ। ਜਿੰਨੀ ਸਿੱਖ ਸੰਗਤ ਕੋਲੋਂ ਮਾਇਆ ਆਉਂਦੀ ਹੈ, ਦਸਵੰਧ ਆਉਂਦਾ ਗੁਰੂ ਕਾ, ਉਹ ਗੁਰੂ ਕੇ ਲੰਗਰਾਂ ਵਾਸਤੇ ਆਉਂਦਾ, ਗੁਰੂ ਘਰ ਦੇ ਕਾਰਜਾਂ ਵਾਸਤੇ ਆਉਂਦਾ, ਪੰਥ ਦੇ ਕੰਮ ਵਾਸਤੇ ਆਉਂਦਾ। ਉਹਨੂੰ ਗੁਰੂ ਕੀਆਂ ਸੰਗਤਾਂ ਨੂੰ ਛਕਾਓ। ਸਭ ਤੋਂ ਵੱਡੀ ਸੇਵਾ ਲੰਗਰ ਦੀ ਹੈ। ਦੂਜੇ ਨੰਬਰ 'ਤੇ ਫਿਰ ਹੋਰ ਜਿਹੜੀਆਂ ਬਿਲਡਿੰਗਾਂ ਦੇ ਕਾਰਜ ਨੇ, ਲੋੜਵੰਦਾਂ ਦੇ ਹੋਰ ਕੋਈ ਮਦਦ ਹੈ, ਪੰਥਕ ਦੇ ਬੜੇ ਕਾਰਜ ਹੁੰਦੇ ਸਮਾਜ ਦੇ ਸੇਵਾ ਵਿੱਚ, ਉਹ ਤੁਸੀਂ ਕਰਨੇ ਹਨ। ਸੁਨ ਆਗਿਆ ਕੋ ਹੋਏ ਕਰ ਵਿਦਾ। ਭਾਈ ਗੋਂਦਾ ਜੀ ਗੁਰੂ ਸਾਹਿਬ ਦੀ ਆਗਿਆ ਲੈ ਕੇ, ਹੁਕਮ ਮੰਨ ਕੇ ਕਾਬਲ ਨੂੰ ਵਿਦਾ ਹੋਏ ਨੇ। ਬੰਧਨ ਕਰ ਗਮਨਿਓ ਸੋ ਤਦਾ। ਕੀਰਤਪੁਰ ਸਾਹਿਬ ਤੋਂ ਮੱਥਾ ਟੇਕ ਕੇ ਕਾਬਲ ਦੇ ਰਾਹ ਪੈ ਗਏ। ਜਾਏ ਬਲਾਇਤ ਮੈਂ ਤਬ ਰਹਿਓ। ਹੁਣ ਕਾਬਲ ਬੜੀ ਦੂਰ ਹੈ, ਅਫਗਾਨਿਸਤਾਨ ਦੀ ਰਾਜਧਾਨੀ, ਉੱਥੇ ਜਾ ਕੇ ਰਹੇ ਹਨ। ਸਭ ਸੰਗਤ ਤੇ ਧਨ ਕੋ ਲਹਿਓ। ਉੱਥੇ ਜਾ ਕੇ ਸੰਗਤ 'ਚ ਬਾਣੀ ਦਾ ਪ੍ਰਚਾਰ ਕਰਦੇ, ਸੰਗਤ ਨੂੰ ਗੁਰੂ ਘਰ ਦੀ ਮਰਜ਼ਾਦਾ ਸਮਝਾਉਂਦੇ, ਤੇ ਸੰਗਤ ਉਹਨਾਂ ਨੂੰ ਆਪਣਾ ਦਸਵੰਧ ਜਿੰਨਾ ਅਸੀਂ ਇਕੱਠਾ ਕੀਤਾ ਹੁੰਦਾ, ਸਾਲ ਦਾ 2 ਸਾਲ ਦਾ, ਉਹ ਭੇਟਾ ਕਰਦੀ ਹੈ। ਸਿੱਖ ਅਥ ਤਨ ਜਿਤਕ ਅਚਾਵ ਹੈ। ਜਿੰਨੀ ਉਹ ਮਾਇਆ ਆਉਂਦੀ ਹੈ, ਕਿਉਂਕਿ ਕਾਬਲ ਦੇ ਸਿੱਖ ਅਮੀਰ ਬੜੇ ਸਨ, ਕਾਬਲ ਦੇ ਸਿੱਖਾਂ ਦੇ ਕਾਰੋਬਾਰ ਬਿਜ਼ਨਸ ਬੜੇ ਸਨ, ਉਹਨਾਂ ਕੋਲ ਮਾਇਆ ਵੀ ਬੜੀ ਹੁੰਦੀ ਸੀ। ਉਹ ਜਿੰਨੀ ਮਾਇਆ ਆਉਂਦੀ, ਪਹਿਲਾਂ ਤੇ ਭਾਈ ਸਾਹਿਬ ਗੋਂਦਾ ਜੀ ਸੰਗਤ ਨੂੰ ਛਕਾਉਂਦੇ, ਲੋੜਵੰਦਾਂ ਨੂੰ, ਗਰੀਬਾਂ ਨੂੰ। ਕੋਈ ਆ ਜੇ ਗੁਰੂ ਘਰ 'ਚ, ਧਰਮਸ਼ਾਲਾ 'ਚ, ਉਹਨੂੰ ਪ੍ਰਸ਼ਾਦਾ ਛਕਾਉਣਾ ਪਹਿਲਾ ਧਰਮ ਹੈ। ਹਾਂਜੀ, ਸੋ ਸਗਰੀ ਕਰ ਮੁਜਰੇ ਪਾਵ ਹੈ। ਜਿਹੜੀ ਗੁਰੂ ਕੀ ਸੰਗਤ ਪ੍ਰਸ਼ਾਦਾ ਛਕਦੀ ਹੈ, ਗਰੀਬ ਦਾ ਮੂੰਹ, ਗੁਰੂ ਦੀ ਗੋਲਕ, ਉਹ ਸਮਝੋ ਗੁਰੂ ਦੇ ਲੇਖੇ ਲੱਗ ਜਾਂਦੀ ਹੈ। ਧਰਮਸਾਲ ਕਾਬਲ ਮਹਕੀਨਸ। ਉੱਥੇ ਕਾਬਲ 'ਚ ਭਾਈ ਗੋਂਦੇ ਨੇ ਧਰਮਸਾਲ ਬਣਾਈ, ਬੜੀ ਸੁੰਦਰ ਗੁਰਦੁਆਰਾ ਬਣਾਇਆ। ਤਹ ਕੋ ਸ਼ੁੱਧਤ ਰਹਿਨ ਨਹਦੀਨਸ। ਕਾਬਲ 'ਚ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਇਹ ਵੀ ਉੱਥੇ ਪ੍ਰਸਿੱਧ ਹੋ ਗਿਆ ਵੀ ਜਿਹੜਾ ਵੀ ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਗਰੀਬ ਹੈ, ਅਮੀਰ ਹੈ, ਭੁੱਖਾ ਹੈ, ਉਹ ਭਾਈ ਗੋਂਦੇ ਦੀ ਧਰਮਸ਼ਾਲਾ ਚਲਾ ਜੇ, ਉਹਨੂੰ ਪ੍ਰਸ਼ਾਦਾ ਜ਼ਰੂਰ ਮਿਲਦਾ ਸੀ। ਭਾਈ ਗੋਂਦੇ ਦੀ ਧਰਮਸ਼ਾਲਾ ਵਿੱਚ ਪ੍ਰਸ਼ਾਦਾ ਹਰ ਵੇਲੇ ਮਿਲਦਾ ਸੀ, ਤੇ ਕਾਬਲ ਵਿੱਚ ਕੋਈ ਭੁੱਖਾ ਨਹੀਂ ਸੀ ਸੌਣ ਦਿੰਦੇ। ਹਾਂਜੀ, ਸਤਿਗੁਰ ਪ੍ਰੇਮ ਕਰੇ ਨਿਤ ਮਾਤਾ। ਤੇ ਭਾਈ ਗੋਂਦਾ ਜੀ ਗੁਰੂ ਦੇ ਪ੍ਰੇਮ ਰੰਗ 'ਚ ਮਸਤ ਸਨ, ਮਸਤੀ ਚੜੀ ਹੋਈ ਸੀ ਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ। ਹਰ ਵੇਲੇ ਵਾਹਿਗੁਰੂ 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 ਜਪੀ ਜਾਂਦੇ ਸਨ। ਸਤਨਾਮ ਸਿਮਰਤ ਸੁਖ ਦਾਤਾ। ਨਾਮ ਦਾ ਅਭਿਆਸ ਸਵਾਸ ਸਵਾਸ ਚੱਲਦਾ ਸੀ, ਤੇ ਨਾਮ ਵਿੱਚ ਹੀ ਸਾਰੇ ਸੁੱਖ ਹਨ। ਭਾਈ ਧਿਆਨ ਪਰਾਇਣ ਰਹਿ ਅਧਿਕਾਈ। ਹਰ ਵੇਲੇ ਗੁਰੂ ਦੇ ਧਿਆਨ ਪਰਾਇਣ, ਧਿਆਨ ਆਸਰੇ ਰਹਿਣਾ।
गुरु चरणों का ध्यान, गुरु की मूर्त मन में ध्यान, गुरु का शब्द मंत्र मन मान। अपने इष्ट की फोटो अपने हिरदे च बनाई हुई सी। लोकी ते बाहरली अखां नाल देखदे, वो अंदरली अखां नाल गुरु दे दर्शन करदा सी। हाँ जी, बहुत चिर रख है बृत टिकाई। बड़ा चिर, कई घंटे, कई समा लम्मा ही गुरु दे चरणां 'च बिरती टिका के रखदा सी भाई गोंदा जी। प्रेम भगत तिस की बड़ जानी। ਉਹਦੀ ਪ੍ਰੇਮਾ ਭਗਤੀ ਬਹੁਤ ਹੋ ਗਈ ਸੀ। ਗੁਰੂ ਦਾ ਪਿਆਰਾ ਭਗਤ ਸੀ ਭਾਈ ਗੋਂਦਾ ਜੀ, ਜਿਹੜੇ ਉਦਾਸੀਆਂ ਦੇ 4 ਧੂਣੇ ਹੋਏ ਨਾ, 6 ਬਖਸ਼ਿਸ਼ਾਂ ਔਰ 4 ਧੂਣੇ। ਧੂਣੇ ਵੱਡੇ ਮੰਨੇ ਜਾਂਦੇ ਆ, ਬਖਸ਼ਾਂ ਦੂਜੇ ਨੰਬਰ ਤੇ ਮੰਨੀ ਜਾਂਦੀ। ਉਹਨਾਂ 'ਚ ਭਾਈ ਗੋਂਦਾ ਸਾਹਿਬ ਜੀ, ਇੱਕ ਭਾਈ ਫੂਲ ਸਾਹਿਬ ਜੀ, ਇੱਕ ਅਲਮਸਤ ਜੀ। ਇਸ ਤਰ੍ਹਾਂ ਇਹ 4 ਮਹਾਂਪੁਰਸ਼ ਹੋਏ ਨੇ। ਬਾਲੂ ਹਸਨਾ ਜੀ, ਹਾਂਜੀ। ਸ਼੍ਰੀ ਸਤਿਗੁਰ ਕੇ ਮਨ ਮਹਿ ਭਾਣੀ। ਭਾਈ ਗੋਂਦੇ ਦੀ ਪ੍ਰੀਤ ਗੁਰੂ ਮਹਾਰਾਜ ਜੀ ਨੂੰ ਬਹੁਤ ਹੀ ਚੰਗੀ ਲੱਗੀ। ਗੁਰੂ ਹਰਿਰਾਏ ਸਾਹਿਬ ਜੀ ਦੇ ਮਨ ਨੂੰ ਭਾ ਗਈ। ਸਭਾ ਮਾਹ ਸ਼੍ਰੀ ਬੰਦਨ ਬਖਾਣੀ। ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਭਰੀ ਸਭਾ ਵਿੱਚ ਭਾਈ ਗੋਂਦੇ ਦੀ ਪ੍ਰੇਮਾ ਭਗਤੀ ਦੀ ਉਸਤਤ ਕਰਦੇ ਸਨ। ਹਾਂਜੀ, ਗੋਂਦਾ ਸੇਵਤ ਪ੍ਰੀਤ ਮਹਾਣੀ। ਮਹਾਰਾਜ ਕਹਿੰਦੇ ਗੋਂਦਾ ਬੜੇ ਪ੍ਰੇਮ ਨਾਲ ਸੇਵਾ ਕਰਦਾ। ਜਿਹੜਾ ਵੀ ਕੰਮ ਭਾਈ ਗੋਂਦੇ ਨੂੰ ਕਹੀਏ ਸੱਚੀ ਲਗਨ ਦੇ ਨਾਲ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਭੈ ਵਿੱਚ, ਗੁਰੂ ਦੀ ਭਗਤੀ ਵਿੱਚ ਕਰਦਾ ਹੈ। ਦਿਨ ਪ੍ਰਤ ਤਰੈ ਧਿਆਨ ਗੁਰਮੂਰਤ। ਭਾਈ ਗੋਂਦਾ ਦਿਨ ਰਾਤ ਹਰ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਦੇ ਸਰੂਪ ਦਾ ਹੀ ਧਿਆਨ ਕਰਦਾ ਸੀ। ਅੰਗ ਪ੍ਰਤਿਅੰਗ ਜਥਾ ਸ਼ਬ ਸੂਰਤ। ਜਿਵੇਂ ਮਹਾਰਾਜ ਦੀ ਸੋਹਣੀ ਸੂਰਤ ਹੈ, ਸਤਿਗੁਰੂ ਜੀ ਦੇ ਨੈਣ ਨਕਸ਼ੇ ਹਨ, ਸਤਿਗੁਰੂ ਜੀ ਦਾ ਸੁੰਦਰ ਮੁਖਾਰ ਬਿੰਦ ਹੈ, ਸਤਿਗੁਰੂ ਜੀ ਦੇ ਚਰਨਾਂ ਤੋਂ ਲੈ ਕੇ ਦੁਮਾਲੇ ਤੱਕ, ਸੀਸ ਤੱਕ ਜਿੰਨੀ ਵੀ ਸਜਾਵਟ ਹੈ, ਉਹ ਜਿਹੜਾ ਗੁਰੂ ਦਾ ਸਰੂਪ ਹੈ ਨਾ, ਉਹਦੇ ਨਾਲ ਪ੍ਰੇਮ ਸੀਗਾ। ਇਹ ਸਿੱਖਾਂ ਦੀ ਸਾਧ ਸੰਗਤ ਜੀ ਇੱਕ ਅਵਸਥਾ ਨਹੀਂ ਹੁੰਦੀ। ਕਈ ਤਾਂ ਸ਼ਬਦ ਦੇ ਉਪਾਸਕ ਨੇ, ਨਿਰਾਕਾਰ ਦੇ, ਕਈ ਸਾਕਾਰ ਦੇ। ਸੋ ਗੁਰੂ ਸਾਹਿਬ ਜੀ ਦੇ ਉਹ ਸਾਕਾਰ ਸਰੂਪ ਦਾ ਧਿਆਨ ਕਰਦਾ ਸੀ। ਇਹ ਪ੍ਰੇਮ ਦੀ ਖੇਡ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੋਈ ਮਹਾਰਾਜ ਦੇ ਨਿਰਾਕਾਰ ਸਰੂਪ ਨੂੰ ਚਿੰਤਨ ਕਰਦਾ, ਕੋਈ ਸਾਕਾਰ ਤੇ ਨਿਰਗੁਣ ਆਪ, ਸਰਗੁਣ ਵੀ ਉਹੀ। ਇਹ ਹੁਣ ਕਈ ਵਾਰੀ ਸਾਡੇ ਵਿੱਚ ਮੇਰੇ ਵਰਗੇ ਗਿਆਨੀਆਂ ਨੇ ਜ਼ਿਆਦਾ ਲੜਾਈ ਪਾਈ ਹੋਈ ਹੈ। ਲੜਾਈ ਪੜ੍ਹੇ ਲਿਖਿਆਂ ਦੀ ਹੈ ਸਾਧ ਸੰਗਤ ਜੀ। ਅਨਪੜ੍ਹ ਬੰਦਾ ਤਾਂ ਵਿਚਾਰਾ ਮੰਨ ਲੈਂਦਾ। ਜਿਹੜੇ ਥੋੜ੍ਹੇ ਵਾਲੇ ਪੜ੍ਹ ਜਾਂਦੇ ਆ ਨਾ, ਪੂਰੇ ਵੀ ਨਹੀਂ ਪੜ੍ਹਦੇ, ਅੱਧ ਪੜ੍ਹ ਹੁੰਦੇ ਆ। ਜਾਂ ਤਾਂ ਪੂਰਾ ਪੜ੍ਹ ਜਾਵੇ ਤੇ ਗੱਲ ਮੁੱਕ ਜਾਵੇ, ਸਮਝ ਆ ਜੇ, ਤੇ ਜਾਂ ਫਿਰ ਪੜ੍ਹੇ ਹੀ ਨਾ, ਸਮਝ ਹੀ ਕੱਖ ਨਾ ਰੱਖੇ, ਫੇਰ ਗੱਲ ਬਣਦੀ। ਭੋਲੇ ਭਾਏ ਮਿਲੇ ਰਗੜਾਇਆ। ਤੇ ਜਿਹੜੇ ਵਿਚਕਾਰ ਲਟਕੇ ਆ ਨਾ, ਉਹਨਾਂ ਉਰੇ ਨਾ ਪਰੇ, ਉਹਨਾਂ ਨੂੰ ਨਾ ਉਰਲੇ ਪਾਸੇ ਦਾ ਪਤਾ, ਨਾ ਪਰਲੇ ਪਾਸੇ ਦਾ ਪਤਾ। ਭਾਈ ਸਾਹਿਬ ਗੋਂਦਾ ਜੀ ਸਾਕਾਰ ਸਰੂਪ ਦਾ ਧਿਆਨ ਕਰਦੇ ਗੁਰੂ ਸਾਹਿਬ ਦਾ। 7ਵੇਂ ਪਾਤਸ਼ਾਹ ਜਿੱਦਾਂ ਵੀ ਬੈਠਦੇ ਆ, ਉੱਠਦੇ ਆ, 7ਵੇਂ ਪਾਤਸ਼ਾਹ ਦੇ ਨੈਣ ਨਕਸ਼ੇ ਹੈ, ਉਹਨਾਂ ਦਾ ਸਰੀਰ ਦਾ ਪਹਿਰਾ ਹੈ, ਉਹ ਸਾਰੀ ਆਕਿਰਤੀ ਨੂੰ ਆਪਣੇ ਸਰੂਪ ਵਿੱਚ ਵਸਾ ਕੇ ਧਿਆਨ ਵਿੱਚ ਤੇ ਵਾਹਿਗੁਰੂ 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 ਜਪੀ ਜਾਂਦੇ ਆ। ਨੇਮ ਕਰਤ ਸੋ ਜਿਤਕ ਸਮੇਂ ਕੋ। ਕਹਿੰਦੇ ਜਿੰਨਾ ਰੋਜ਼ ਦਾ ਨਿਤਨੇਮ ਹੈ ਉਹ ਵੀ ਕਰਨਾ। ਨੇਮ ਰੱਖਿਆ ਹੁੰਦਾ, ਹਰ ਇੱਕ ਸਿੱਖ ਦਾ ਨਿਤਨੇਮ ਇੱਕ ਜਿਹਾ ਨਹੀਂ ਹੁੰਦਾ। ਘੱਟੋ ਘੱਟ 5 ਬਾਣੀਆਂ ਦਾ ਜਾਂ ਰਹਿ ਰਾਸ ਦਾ ਕੀਰਤਨ ਸੋਹਿਲਾ ਦੇ ਘੱਟੋ ਘੱਟ ਕਿਹਾ। ਪਰ ਇਹਦਾ ਮਤਲਬ ਇਹ ਨਹੀਂ ਵੀ ਇਸ ਤੋਂ ਬਾਅਦ ਨੇਮ ਕੋਈ ਨਹੀਂ। ਕੋਈ ਸੁਖਮਨੀ ਸਾਹਿਬ ਦਾ ਨੇਮ ਕਰੇ, ਕੋਈ ਆਸਾ ਦੀ ਵਾਰ ਦਾ ਕਰੇ, ਕੋਈ ਬਾਣੀ ਅਕਾਲ ਉਸਤਤ ਪੜ੍ਹੇ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦਾ ਨੇਮ ਨਾਲ, 50 ਅੰਕ ਕਰਦਾ, ਕੋਈ 20 ਅੰਕ ਕਰਦਾ। ਇਹ ਗੁਰਸਿੱਖਾਂ ਦੇ ਵੱਖਰੇ ਵੱਖਰੇ ਨੇਮ ਨੇ। ਉਹ ਜਿਹੜਾ ਨੇਮ ਸੀ ਉਹਦਾ, ਉਹ ਸੀ ਧਿਆਨ ਦਾ। ਧਿਆਨ ਦਾ ਨੇਮ ਥੋੜ੍ਹਾ ਉੱਪਰ ਹੈ। ਹਰ ਇੱਕ ਬੰਦਾ ਥੋੜ੍ਹਾ ਧਿਆਨ ਕਰ ਸਕਦਾ। ਧਿਆਨ ਲਾਉਣਾ ਸੌਖਾ ਕੰਮ ਨਹੀਂ। ਉਹਦਾ ਨੇਮ ਸੀ ਧਿਆਨ ਦਾ। ਉਹ ਪ੍ਰੇਮ ਨਾਲ ਨੇਮ ਕਰਦਾ ਸੀ। ਗੁਰੂ ਸਾਹਿਬ ਦਾ ਸਰੂਪ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਧਿਆਉਂਦਾ ਸੀ। ਧਰੈ ਧਿਆਨ ਕਰ ਚਰਨਨ ਮੈਂ ਕੋ। ਉਹ ਗੁਰੂ ਕਦੀ ਕਦੀ ਗੁਰੂ ਸਾਹਿਬ ਦੇ ਚਰਨਾਂ ਦਾ, ਕਦੀ ਸਤਿਗੁਰੂ ਜੀ ਦੇ ਚਿਹਰੇ ਦਾ, ਕਦੀ ਸਾਰੇ ਸਰੂਪ ਦਾ ਧਿਆਨ ਕਰਕੇ ਨਾ ਬੈਠ ਜਾਂਦਾ ਸੀ। ਹਾਂਜੀ। ਇੱਕ ਦਿਨ ਗਾਉਂਦੇ ਮੰਜਨ ਠਾਨਾ। ਇੱਕ ਦਿਨ ਦੀ ਕਥਾ ਹੈ। ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੈ। ਪ੍ਰਥਮੇ ਸ਼੍ਰੀ ਜਪ ਪਾਠ ਬਖਾਨਾ। ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ। ਇਹ ਹਰ ਇੱਕ ਗੁਰਸਿੱਖ ਦਾ ਖਜ਼ਾਨਾ। ਸਵੇਰੇ ਤਾਲਾ ਲੈ ਕੇ ਚਾਬੀ ਖੋਲੀ ਨੇ। ਜਪਜੀ ਸਾਹਿਬ ਚਾਬੀ ਹੈ। ਸਵੇਰ ਦਾ ਨਿਤਨੇਮ ਇੱਥੋਂ ਸ਼ੁਰੂ ਹੁੰਦਾ। ਰਾਤ ਨੂੰ ਕੀਰਤਨ ਸੋਹਿਲਾ, ਫਿਰ ਚਾਬੀ ਨਾਲ ਬੰਦ ਕਰ ਦੇਣਾ ਤਾਲਾ। ਉਸ ਤੋਂ ਪਹਿਲਾਂ ਜਿੰਨੀ ਮਰਜ਼ੀ ਬਾਣੀ ਪੜ੍ਹੋ ਸਾਰਾ ਦਿਨ। ਕੀਰਤਨ ਸੋਹਿਲੇ ਤੋਂ ਬਾਅਦ ਤੁਸੀਂ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਸੌਂ ਜਾਓ। 2 ਘੰਟੇ 4 ਘੰਟੇ 6 ਘੰਟੇ ਜਿੰਨੀ ਕਿਸੇ ਦੀ ਨੀਂਦ ਬਣਦੀ, ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਪੜ੍ਹੋ।
ਫਿਰ ਹੋਰ ਬਾਣੀ ਪੜ੍ਹੀਓ। ਇਹ ਇਸ ਤਰ੍ਹਾਂ ਦੀ ਮਰਜ਼ਾਦਾ ਗੁਰੂ ਸਾਹਿਬ ਦੇ ਸਮੇਂ ਤੋਂ। ਭਾਈ ਸਾਹਿਬ ਗੋਂਦਾ ਜੀ ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਪੁਨ ਸਤਿਗੁਰ ਕੋ ਲਾਇਓ ਧਿਆਨਾ। ਬੜੇ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਪੂਰਾ ਹੋਇਆ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਕਹਿ ਕੇ ਨਮਸਕਾਰ ਕੀਤੀ ਤੇ ਫਿਰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰ ਲਿਆ। ਬੜਿਓ ਆਨੰਦ ਬ੍ਰਿਤੀ ਠਹਿਰਾਨਾ। ਬੜਾ ਆਨੰਦ ਬਣਿਆ। ਅੰਮ੍ਰਿਤ ਵੇਲਾ ਸੀਗਾ, ਬਿਰਤੀ ਟਿਕ ਗਈ ਤੇ ਬਿਰਤੀ ਇਹ ਟਿਕੀ ਵੀ ਗੁਰੂ ਸਾਹਿਬ ਤਖਤ ਤੇ ਬੈਠੇ ਆ ਤੇ ਮੈਂ ਚਰਨ ਫੜੇ ਆ। ਇੱਥੇ ਬਿਰਤੀ ਟਿਕਾ, ਧਿਆਨ ਨਾਲ ਹੀ ਫੜ ਲਏ ਚਰਨ। ਹਾਂਜੀ, ਧਿਆਨ ਬਿਖੈ ਗੁਰ ਕੇ ਨਿਜ ਹਾਥ। ਕਹਿੰਦੇ ਆਪਣੇ ਹੱਥਾਂ ਨਾਲ ਧਿਆਨ ਵਿੱਚ ਹੀ, ਧਿਆਨ ਦੇ ਹੱਥ ਵੀ ਹੋਰ ਹੁੰਦੇ ਨੇ, ਧਿਆਨ ਦੀ ਖੇਡ ਹੀ ਹੋਰ ਹੁੰਦੀ ਹੈ। ਉਦਾਂ ਤੇ ਬੈਠਾ ਸੀ ਚੌਂਕੜਾ ਮਾਰ ਕੇ, ਪਰ ਆਪਣੇ ਧਿਆਨ ਦੇ ਹੱਥਾਂ ਨਾਲ ਪਦ ਅਰਬਿੰਦ ਕਹੇ ਰਤ ਸਾਥ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦੋਵੇਂ ਚਰਨ ਪ੍ਰੇਮ ਨਾਲ ਫੜ ਲਏ। ਇਸ ਆਨੰਦ ਮੈਂ ਲੈ ਹੋਏ ਗਇਓ। ਤੇ ਭਾਈ ਗੋਂਦਾ ਇਸੇ ਆਨੰਦ ਵਿੱਚ ਲੀਨ ਹੋ ਗਿਆ। ਨਿਰਵਿਕਲਪ ਸਮਾਧ ਥਿਤ ਠਇਓ। ਨਿਰਵਿਕਲਪ ਸਮਾਧੀ ਲੱਗੀ। ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ, ਸਵਿਕਲਪ ਔਰ ਨਿਰਵਿਕਲਪ। ਉਹਦੀ ਸਭ ਤੋਂ ਉੱਪਰਲੀ ਜਿਹੜੀ ਸਮਾਧੀ ਹੁੰਦੀ ਹੈ ਨਿਰਵਿਕਲਪ ਹੁੰਦੀ। ਨਿਰਵਿਕਲਪ ਸਮਾਧੀ ਲੱਗ ਗਈ। ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਤੂੰ ਮੈਂ ਤੂੰ ਭੁੱਲ ਗਿਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਹਿਰਦੇ 'ਚ ਵਸ ਗਏ। ਆਪਣੇ ਧਿਆਨ ਨਾਲ ਫੜ ਲਿਆ ਚਰਨਾਂ ਨੂੰ। ਨਹਿ ਸਰੀਰ ਕੀ ਸੁਧ ਕੁਛ ਰਹੀ। ਭਾਈ ਗੋਂਦੇ ਨੂੰ ਆਪਣੇ ਸਰੀਰ ਦੀ ਸੁਧ ਬੁੱਧ ਨਹੀਂ ਰਹੀ ਵੀ ਮੈਂ ਹੈ ਆ, ਮੈਂ ਬੈਠਾ ਆ, ਜਾਂ ਮੇਰੀ ਵੀ ਕੋਈ ਹਸਤੀ ਹੈ, ਮੇਰਾ ਮਨ ਵੀ ਹੈ, ਮੇਰੀ ਬੁੱਧੀ ਵੀ ਹੈ। ਇਹ ਵੀ ਵਿਸਰ ਗਿਆ। ਧਿਆਨ ਦੀ ਉਹ ਜਿਹੜੀ ਨਿਰਵਿਕਲਪ ਸਮਾਧੀ ਹੈ ਨਾ, ਉੱਥੇ ਕੋਈ ਵਿਕਲਪ ਨਹੀਂ ਰਹਿੰਦਾ। ਮੈਂ ਤੂੰ ਤੇ ਭੁੱਲ ਜਾਂਦਾ, ਉੱਥੇ ਖਤਮ ਹੋ ਜਾਂਦਾ। ਉਸ ਅਵਸਥਾ ਦਾ ਸਾਧ ਸੰਗਤ ਜੀ ਆਨੰਦ ਜਿਨ੍ਹਾਂ ਨੇ ਮਾਣਿਆ ਉਹ ਜਾਣ ਸਕਦੇ ਆ, ਦੱਸ ਨਹੀਂ ਸਕਦੇ। ਐਸੀ ਅਵਸਥਾ ਦੇ ਵਿੱਚ ਭਾਈ ਗੋਂਦਾ ਜੀ ਮਹਾਰਾਜ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਫੜ ਕੇ ਲੀਨ ਹੋ ਗਏ। ਨਿਸ਼ਚਲਤਾ ਐਸੀ ਤਿਨ ਕਹੀ। ਇਹੋ ਜਿਹੀ ਨਿਸ਼ਚਲ ਅਵਸਥਾ ਬਣ ਗਈ ਵੀ ਸਰੀਰ ਦਾ ਅੰਗ ਪ੍ਰਤਿਅੰਗ ਹਿੱਲਣੋਂ ਹਟ ਗਿਆ। ਸਾਹ ਵੀ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ, ਉਹਨੂੰ ਪਤਾ ਨਹੀਂ। ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਗਾਉਂਦਾ ਹਾਂ ਪਰ ਮੈਂ ਕਿਤੇ ਬੈਠਾ ਹੋਇਆ ਜਾਂ ਮੈਂ ਗੁਰੂ ਦੇ ਚਰਨ ਫੜੇ ਨੇ। ਬਸ ਚਰਨਾਂ ਦਾ ਹੀ ਰੂਪ ਹੋ ਗਿਆ। ਧਿਆਨ ਰੂਪ ਹੋਏ ਆਸਣ ਲਾਵੇ, ਸੱਚ ਨਾਮ ਤਾੜੀ ਚਿਤ ਲਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦੇ ਨੇ, ਧਿਆਨ ਰੂਪ ਹੋਏ ਆਸਣ ਲਾਵੇ। ਉਹ ਜਿਹੜੀਆਂ ਗੱਲਾਂ ਨੇ ਸਾਧ ਸੰਗਤ ਜੀ ਬੜੀਆਂ ਉੱਚੀਆਂ ਨੇ। ਗੁਰਬਾਣੀ ਦੀ ਅਸੀਂ ਲੋਕ ਵਿਆਖਿਆ ਕਰ ਲੈਂਦੇ ਹਾਂ, ਪਰ ਵਿਆਖਿਆ ਕਈ ਜਗ੍ਹਾ ਹੁੰਦੀ ਨਹੀਂ। ਕਈ ਜਗ੍ਹਾ ਤਾਂ ਗੁਰਬਾਣੀ ਦੀਆਂ ਪੰਕਤੀਆਂ ਅਸੀਂ ਸ਼ਰਮ ਕਰਦੇ ਹਾਂ ਵੀ ਇਹਦੀ ਵਿਆਖਿਆ ਕਿਵੇਂ ਕਰ ਰਹੇ ਹਾਂ ਅਸੀਂ। ਸਾਡੀ ਤਾਂ ਇਹ ਅਵਸਥਾ ਹੀ ਨਹੀਂ। ਜਿਨ੍ਹਾਂ ਦੀ ਅਵਸਥਾ ਹੈ ਉਹ ਦੱਸ ਨਹੀਂ ਸਕਦੇ। ਬਾਣੀ 'ਚ ਬਚਨ ਆਉਂਦਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਐਸੀ ਅਵਸਥਾ ਭਾਈ ਗੋਂਦੇ ਦੀ ਬਣ ਗਈ। ਸੁਨਹਿ ਨਾ ਦੇਖਿਆ ਹੈ ਪਰਸ ਨਾ ਜਾਣੈ। ਕਹਿੰਦੇ ਨਾ ਹੁਣ ਸੁਣਾਈ ਦਿੰਦਾ, ਕੰਨ ਖੁੱਲੇ ਨੇ ਪਰ ਸੁਣਦਾ ਨਹੀਂ। ਇਹ ਗੱਲਾਂ ਹੁਣ ਸਾਡੇ ਵਰਗਿਆਂ ਨੂੰ ਕਿੱਥੇ ਸਮਝ ਆ ਸਕਦੀਆਂ। ਅਸੀਂ ਤਾਂ ਕੰਨ 'ਚ ਮਾੜੀ ਜਿਹੀ ਆਵਾਜ਼ ਪਏ ਫਟਾਫਟ ਕਥਾ ਛੱਡ ਕੇ ਉੱਧਰ ਤੁਰ ਪੈਂਦੇ ਹਾਂ। ਬਾਹਰੋਂ ਕਿਹਦੀ ਆਵਾਜ਼ ਆ ਗਈ। ਕੋਈ ਗੁਰਦੁਆਰੇ ਮੱਥਾ ਟੇਕਣ ਆਵੇ, ਬਟੂਏ 'ਚੋਂ ਕਿੱਡੇ ਦਾ ਨੋਟ ਕੱਢਦਾ, ਇੱਥੋਂ ਹੀ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਕਿੰਨਾ ਨੇ ਮੱਥਾ ਟੇਕੇਗਾ, ਕੌਣ ਆਇਆ। ਇਹ ਸਾਡਾ ਸੰਗਤ ਵਿੱਚ ਵੀ ਇਹੀ ਹਾਲ ਹੈ ਵੀ ਕਥਾ ਹੋ ਰਹੀ, ਕੀਰਤਨ ਹੋ ਰਿਹਾ, ਵੇਖੀ ਜਾਣਾ ਦੂਜਿਆਂ ਦੇ ਮੂੰਹ ਵੱਲ। ਤੁਸੀਂ ਆਪਣਾ ਜਿਹੜਾ ਕੰਮ ਕਰਨਾ ਹੈ ਉਹ ਕਰੋ, ਸੁਣੋ। ਤੋ ਸੁਣਨਾ ਕਿਹੜਾ ਸੌਖਾ ਹੈ। ਭਾਈ ਸਾਹਿਬ ਗੋਂਦੇ ਦੀ ਅਵਸਥਾ ਬਣ ਗਈ, ਨਾ ਸੁਣਦਾ ਨਾ ਦਿਸਦਾ। ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਇਹੋ ਜਿਹੀ ਕੁਝ ਅਵਸਥਾ ਸੀ ਵੀ ਨਾ ਦਿਖਦਾ ਨਾ ਸੁਣਦਾ, ਨਾ ਕੋਈ ਫੁਰਨਾ ਹੀ ਉੱਠਦਾ ਮਨ ਦੇ ਵਿੱਚ। ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀਆਂ ਬਿਰਤੀਆਂ ਵੀ ਸੰਕੋਚੀਆਂ ਗਈਆਂ, ਮਨ ਦੀ ਬਿਰਤੀ ਵੀ ਸੰਕੋਚੀ ਗਈ, ਬੁੱਧੀ ਦਾ ਨਿਰਣਾ ਵੀ ਸਮਾਪਤ ਹੋ ਗਿਆ। ਉਹ ਅਵਸਥਾ ਦੇ ਵਿੱਚ ਲੀਨ ਹੋ ਗਏ ਭਾਈ ਸਾਹਿਬ ਜੀ। ਰਸਨਾ ਘਰਾਨ ਵਿਸ਼ੇ ਨਹਿ ਮਾਨੈ। ਰਸਨਾ ਨੂੰ ਹੁਣ ਮਿੱਠੇ ਖੱਟੇ ਦਾ ਪਤਾ ਨਹੀਂ, ਜੀਭ ਹੈ ਕਿ ਨਹੀਂ ਹੈ, ਨੱਕ ਨੂੰ ਦੁਰਗੰਧੀ ਸੁਗੰਧੀ ਦਾ ਪਤਾ ਨਹੀਂ। ਇਹ ਨਿਰਵਿਕਲਪ ਸਮਾਧੀ ਦਾ ਲੱਛਣ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਕਿਉਂਕਿ ਭਾਈ ਸਾਹਿਬ ਜੀ ਦਾ ਵੀ ਇੰਨਾ ਅਨੁਭਵ ਸੀਗਾ। ਭਾਈ ਸਾਹਿਬ ਸੰਤੋਖ ਸਿੰਘ ਜੀ ਕਥਾ ਐਵੇਂ ਨਹੀਂ ਲਿਖ ਦਿੱਤੀ, ਕਿਸੇ ਬੜੇ ਉੱਚੇ ਅਨੁਭਵ ਦੇ ਨਾਲ ਇਹ ਕਥਾ ਲਿਖੀ ਗਈ ਹੈ ਸਾਧ ਸੰਗਤ ਜੀ। ਇਹ
ਮਹਾਂਪੁਰਸ਼ਾਂ ਨੇ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਡਿਊਟੀ ਲਾ ਕੇ ਭਾਈ ਸੰਤੋਖ ਸਿੰਘ ਕਥਾ ਲਿਖਵਾਈ ਹੈ। ਕਹਿੰਦੇ ਅਵਸਥਾ ਐਸੀ ਬਣ ਗਈ ਭਾਈ ਗੋਂਦੇ ਦੀ, ਪੰਜੇ ਗਿਆਨ ਇੰਦਰੀਆਂ, ਉਹਨਾਂ ਪੰਜੇ ਗਿਆਨ ਇੰਦਰੀਆਂ ਦੇ ਪੰਜੇ ਹੀ ਵਿਸ਼ੇ ਤੇ ਪੰਜਾਂ ਦੇ ਪੰਜ ਦੇਵਤੇ ਸਮਾਪਤ ਹੋ ਗਏ। ਹੁਣ ਰਹਿ ਕੀ ਗਿਆ? ਹੁਣ ਤੇ ਤੂੰ ਹੀ ਤੂੰ ਰਹਿ ਗਿਆ, ਮੈਂ ਮਿਟ ਗਿਆ। ਹਾਂਜੀ, ਟਿਕੀ ਬ੍ਰਿਤ ਮਹਿ ਪਇਓ ਆਨੰਦ, ਬਿਰਤੀ ਟਿਕ ਗਈ, ਬੜਾ ਆਨੰਦ ਹੀ ਬਣ ਗਿਆ। ਉਸ ਆਨੰਦ ਦਾ ਭੋਗਤਾ ਵੀ ਆਨੰਦ ਹੀ ਹੋ ਗਿਆ ਕਿ ਭੋਗਣ ਵਾਲਾ ਮੈਂ ਨਹੀਂ ਰਿਹਾ। ਹਾਂਜੀ, ਕਰ ਮਹਿ ਗਹਿ ਗੁਰ ਪਦ ਅਰਬਿੰਦ, ਭਾਈ ਸਾਹਿਬ ਜੀ ਨੇ ਧਿਆਨ ਵਿੱਚ ਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਦੋਵੇਂ ਚਰਨ ਘੁੱਟ ਕੇ ਫੜ ਲਏ ਅਚਲ ਹੋਏ ਕਰ ਬੈਠਿਓ ਰਹਿਓ, ਤੇ ਅਚਲ ਹੋ ਕੇ ਬੈਠਾ ਹੀ ਰਹੇ। ਜਿੱਥੇ ਬੈਠਾ ਸੀ ਨਾ ਉੱਥੇ ਬੈਠਾ ਰਹਿ ਗਿਆ। ਉਹਨੂੰ ਤਾਂ ਹੁਣ ਪਤਾ ਹੀ ਨਹੀਂ ਵੀ ਮੈਂ ਹੈ ਆ ਕਿ ਨਹੀਂ ਆ, ਮੈਂ ਕਾਬਲ 'ਚ ਬੈਠਾ ਕਿ ਮੈਂ ਕੀਰਤਪੁਰ ਬੈਠਾ। ਉਹਨੂੰ ਤਾਂ ਉਹ ਤਾਂ ਖਤਮ ਹੋ ਗਿਆ, ਉਹ ਤਾਂ ਮਿਟ ਗਿਆ। ਤੇ ਧਿਆਨ ਵਿੱਚ ਗੁਰੂ ਹਰਿਰਾਏ ਸਾਹਿਬ ਆ ਗਏ ਤੇ ਚਰਨਾਂ ਨੂੰ ਪਕੜ ਲਿਆ ਘੁੱਟ ਕੇ। ਹੁਣ ਸਾਧ ਸੰਗਤ ਜੀ ਕੀ ਕਥਾ ਕਰੀਏ ਇਹਦੀ, ਕੀ ਦਸੀਏ? ਇਹ ਗੱਲ ਤਾਂ ਜਿਨ੍ਹਾਂ ਨੇ ਬਾਣੀ ਉਹੀ ਜਾਣਦੇ ਆ। ਹਾਂਜੀ, ਅਪਰਨ ਕਿਨਹੂ ਤਿਨ ਕੁਛ ਕਹਿਓ, ਕਹਿੰਦੇ ਭਾਈ ਗੋਂਦੇ ਨੂੰ ਕਿਸੇ ਨੇ ਆ ਕੇ ਉਠਾਇਆ ਵੀ ਨਹੀਂ। ਉਹਨਾਂ ਨੂੰ ਸਿੱਖਾਂ ਨੂੰ ਵੀ ਪਤਾ ਸੀ ਧਰਮਸ਼ਾਲਾ ਵਿੱਚ ਜਿਹੜੇ ਬੈਠੇ ਹੁੰਦੇ ਵੀ ਜਦੋਂ ਇਹ ਜੁੜ ਜਾਂਦੇ ਆ ਫਿਰ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ। ਇਹ ਹੁਣ ਜੁੜੇ ਆ ਤੇ ਪੁਰਾਤਨ ਸਿੰਘ ਇਸ ਗੱਲ ਦਾ ਬੜਾ ਖਿਆਲ ਰੱਖਦੇ ਸੀ। ਕੋਈ ਨਾਮ ਜਪ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਜੁੜਿਆ ਹੋਇਆ ਤੇ ਉਹਨੂੰ ਡਿਸਟਰਬ ਨਹੀਂ ਕਰਨਾ। ਉਹ ਫਿਰ ਕਿਸੇ ਨੇ ਵੀ ਆ ਕੇ ਭਾਈ ਸਾਹਿਬ ਦੀ ਬਿਰਤੀ ਨੂੰ ਹਿਲਾਇਆ ਨਹੀਂ। ਹਾਂਜੀ, ਗੁਰ ਦਰਸ਼ਨ ਮਹਿ ਗਇਓ ਸਮਾਏ, ਤੇ ਭਾਈ ਗੋਂਦਾ ਜੀ ਗੁਰੂ ਦਰਸ਼ਨਾਂ 'ਚ ਸਮਾ ਗਏ। ਦਿਖਦਾ ਸੀ ਉਹਨਾਂ ਦਾ ਸਰੀਰ ਉੱਥੇ ਵੀ ਬੈਠੇ ਹੋਏ ਨੇ, ਸਮਾਧੀ 'ਚ ਧਿਆਨ 'ਚ ਬੈਠੇ ਹੋਏ ਨੇ। ਸਰੀਰ ਹਿਲਦਾ ਜੁਲਦਾ ਨਹੀਂ ਸੀ। ਉਹਨਾਂ ਨੂੰ ਤਾਂ ਪਤਾ ਨਹੀਂ ਸੀ ਕਿ ਮੇਰਾ ਸਰੀਰ ਹੈ ਕਿ ਨਹੀਂ ਹੈ, ਕਿਉਂਕਿ ਉਹਨਾਂ ਦੀ ਸਾਰੀ ਬਿਰਤੀ ਜਿਹੜੀ ਹੈ ਉਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਈ ਸੀ। ਹਾਂਜੀ, ਸਾਗਰ ਬਿਖੈ ਬੂੰਦ ਕੇ ਭਾਏ, ਜਿਵੇਂ ਸਮੁੰਦਰ 'ਚ ਬੂੰਦ ਜਾ ਕੇ ਰਲ ਜਾਂਦੀ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕੌਣ ਬੁੱਝੇ ਬਿਦ ਜਾਣੇ। ਕੌਣ ਬੁੱਝੇਗਾ? ਸਮੁੰਦਰ 'ਚ ਬੂੰਦ ਡਿੱਗੀ, ਆਪਾਂ ਵੇਖੀ ਨਹੀਂ ਕਿਹੜੇ ਵੇਲੇ ਡਿੱਗ ਗਈ ਹੈ ਤੇ ਕਿੱਥੇ ਚਲੀ ਗਈ ਹੈ। ਹੁਣ ਦੱਸੋ, ਕੋਈ ਵਿਗਿਆਨਕ, ਕੋਈ ਸਾਇੰਸਦਾਨ, ਕੋਈ ਗਿਆਨੀ ਨੂੰ ਲੱਭੋ, ਜਾ ਲੱਭ ਕੇ ਲਿਆ ਵੀ ਬੂੰਦ ਕਿੱਥੇ ਗਈ ਹੈ। ਇੱਦਾਂ ਬੂੰਦ ਸਾਗਰ 'ਚ ਲੀਨ ਹੋ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਈ ਸਾਹਿਬ ਭਾਈ ਗੋਂਦਾ ਜੀ ਇਉਂ ਲੀਨ ਹੋ ਗਏ। ਸ਼੍ਰੀ ਕੀਰਤਪੁਰ ਗੁਰ ਹਰਿਰਾਏ, ਇੱਧਰ ਸੁਣੋ ਹੁਣ ਕਥਾ। ਸਤਵੇਂ ਪਾਤਸ਼ਾਹ ਕੀਰਤਪੁਰ ਵਿੱਚ ਹਨ, ਉਹ ਭਾਈ ਗੋਂਦਾ ਕਾਬਲ ਵਿੱਚ ਹੈ। ਹਾਂਜੀ, ਸਿੰਘਾਸਨ ਪਰ ਥਿਰੇ ਸੁਹਾਏ, ਮਹਾਰਾਜ ਸਿੰਘਾਸਣ ਤੇ ਬੈਠੇ ਨੇ। ਸਿੰਘਾਸਣ ਤੇ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ। ਦੋਨੋਂ ਚਰਨ ਇਕਤ ਰਹਿ ਕਰੇ, ਤੇ ਦੋਵੇਂ ਚਰਨ ਮਹਾਰਾਜ ਨੇ ਇਕੱਠੇ ਕਰਕੇ ਚੌਂਕੀ ਦੇ ਰੱਖੇ ਹੋਏ ਨੇ। ਬੈਠ ਰਹੇ ਨਹਿ ਹਲਬੋ ਧਰੇ, ਤੇ ਬੈਠੇ ਨੇ। ਹੁਣ ਚਰਨ ਹਿਲਾਉਂਦੇ ਕੋਈ ਨਹੀਂ ਮਹਾਰਾਜ। ਚਰਨਾਂ ਨੂੰ ਬਿਲਕੁਲ ਮਹਾਰਾਜ ਨੇ 1 ਇੰਚ ਭਰ ਵੀ, ਸੂਈ ਭਰ ਦੇ ਨੱਕੇ ਜਿੰਨਾ ਵੀ ਅੱਗੇ ਪਿੱਛੇ ਨਹੀਂ ਕੀਤਾ। ਹਾਂਜੀ, ਭਈ ਪੁਰ ਤੇ ਨਿਸ਼ਚਲ ਭਏ, ਕਹਿੰਦੇ ਸਵੇਰ ਦੇ ਜਦੋਂ ਉਧਰ ਧਿਆਨ ਲਾਇਆ ਸੀ ਉਹਨੇ ਗੋਂਦੇ ਨੇ, ਇੱਧਰ ਮਹਾਰਾਜ ਬੈਠੇ ਸੀਗੇ। ਉਦੋਂ ਦੇ ਫਿਰ ਮਹਾਰਾਜ ਨੇ ਪੈਰ ਨਹੀਂ ਹਿਲਾਏ ਆਪਣੇ। ਜਾਮ ਬੀਤ ਦਿਨ ਗਏ, ਜਦੋਂ ਸਾਧ ਸੰਗਤ ਜੀ ਦਿਨ ਦੇ 2 ਪਹਿਰ ਬੀਤ ਗਏ, ਦੁਪਹਿਰਾ ਹੋ ਗਿਆ। ਗਹਜ ਬਾਤ ਨਹਿ ਕਿਨਹੂ ਜਾਨੀ, ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਵੀ ਗੁਰੂ ਸਾਹਿਬ ਸਵੇਰ ਦੇ ਬੈਠੇ, ਹਿਰਦੇ ਕਿਉਂ ਨਹੀਂ। ਅੱਗੇ ਤਾਂ ਮਹਾਰਾਜ ਦੀਵਾਨ ਦੀ ਸਮਾਪਤੀ ਤੋਂ ਬਾਅਦ ਉੱਠ ਕੇ ਜੋੜਾ ਪਾ ਕੇ ਆਪਣੇ ਮਹਿਲਾਂ 'ਚ ਜਾਂਦੇ ਆ, ਜਾਂ ਲੰਗਰ ਛਕਦੇ ਆ, ਜਾਂ ਸ਼ਿਕਾਰ ਖੇਡਣ ਜਾਂਦੇ ਆ। ਅੱਜ ਗੁਰੂ ਸਾਹਿਬ ਜੀ ਜਿੱਥੇ ਬੈਠੇ ਹਿੱਲਦੇ ਹੀ ਨਹੀਂ ਪਏ। ਥਿਰੇ ਸਮੀਪ ਮੌਨਤਾ ਠਾਨੀ, ਸਿੱਖ ਸੇਵਾਦਾਰ ਕੋਲ ਚੁੱਪ ਕਰਕੇ ਬੈਠੇ ਰਹੇ। ਕਿਸੇ ਸਿੱਖ ਨੇ ਵੀ ਪੁੱਛਣ ਦੀ ਜੁਰਤ ਨਹੀਂ ਕੀਤੀ। ਤਿਆਰ ਆਹਾਰ ਅਨੇਕ ਪ੍ਰਕਾਰੇ, ਅਨੇਕਾਂ ਪ੍ਰਕਾਰ ਦੇ ਸਵਾਦਿਸ਼ਟ ਲਾਂਗਰੀ ਨੇ ਤਿਆਰ ਕਰ ਦਿੱਤੇ। ਆਨ ਰਸੋਈਆ ਖਰੋ ਅਗਾਰੇ, ਤੇ ਲਾਂਗਰੀ ਸਿੱਖ ਲੰਗਰ ਦੀ ਅਰਦਾਸ ਕਰਨ ਲਈ ਸਾਹਮਣੇ ਆ ਗਿਆ। ਹੱਥ ਜੋੜ ਅਰਦਾਸ ਬਖਾਨੀ, ਲਾਂਗਰੀ ਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਗਰੀਬ ਨਵਾਜ਼ ਦੇ ਚਰਨਾਂ ਵਿੱਚ। ਗੁਰ ਮਹਾਰਾਜ ਨਾ ਬੋਲੇ ਬਾਣੀ, ਪਰ ਮਹਾਰਾਜ ਉਹਦੀ ਅਰਦਾਸ ਦਾ ਕੋਈ ਜਵਾਬ ਨਹੀਂ ਦਿੱਤਾ, ਅੱਗੋਂ ਬੋਲੇ ਨਹੀਂ ਹਨ। ਪਿੱਖ ਸਭਾਏ ਕੋ ਬਿਸਮੈ ਹੋਏ, ਸਾਰੀ ਸਭਾ ਜਿੰਨੀ ਵੀ ਸੀ ਵੇਖ ਕੇ ਹੈਰਾਨ ਵੀ ਗੁਰੂ ਸਾਹਿਬ ਬੋਲਦੇ ਹੀ ਨਹੀਂ। ਅਰਦਾਸ ਤੋਂ ਬਾਅਦ ਪ੍ਰਸ਼ਾਦਾ ਛਕਣਾ ਚਾਹੀਦਾ, ਗੁਰੂ ਸਾਹਿਬ ਨੂੰ ਟਾਈਮ ਹੋ ਗਿਆ ਪ੍ਰਸ਼ਾਦੇ ਦਾ। ਸਤਿਗੁਰ ਕਿਸ ਕੀ ਦਿਸ਼ ਨਹਿ ਜੋਏ, ਪਰ ਗੁਰੂ ਸਾਹਿਬ ਨੇ ਕਿਸੇ ਵੱਲ ਦੇਖਿਆ ਨਹੀਂ। ਲੀਲਾ ਮਹਾ ਪ੍ਰੇਮ ਕੀ ਸੁਆਮੀ, ਇਹ ਪ੍ਰੇਮ ਦੀ ਮਹਾਨ ਡੂੰਘੀ ਲੀਲਾ ਹੈ, ਗੋਜ ਕਥਾ ਹੈ ਇਹ।
ਕੌਣ ਲਖੈ ਬਿਨ ਅੰਤਰ ਜਾਮੀ। ਇਹ ਸਤਿਗੁਰੂ ਜੀ ਤੋਂ ਬਿਨਾਂ ਦੂਜਾ ਕੌਣ ਜਾਣ ਸਕਦਾ? ਹਰ ਇੱਕ ਬੰਦਾ ਹਰ ਗੱਲ ਨਹੀਂ ਜਾਣ ਸਕਦਾ। ਖਾਸ ਕਰਕੇ ਬ੍ਰਹਮ ਗਿਆਨੀਆਂ ਗੁਰਸਿੱਖਾਂ ਦੀ ਅੰਦਰ ਦੀ ਖੇਡ ਨੂੰ ਹਰ ਇੱਕ ਥੋੜਾ ਸਮਝੇਗਾ, ਗੁਰੂ ਜਾਣਦਾ ਹੈ। ਹਾਂਜੀ, ਦੋਏ ਕਟ ਕਾਬਿਤ ਗਏ ਪਿਛਾਰੀ। ਜਦੋਂ 2 ਘੜੀਆਂ ਬੀਤ ਗਈਆਂ ਉਸ ਤੋਂ ਬਾਅਦ ਪੁਨ ਸੇਵਕ ਅਰਦਾਸ ਉਚਾਰੀ। ਸੇਵਕ ਨੇ ਫਿਰ ਆ ਕੇ ਅਰਦਾਸ ਕੀਤੀ ਮਹਾਰਾਜ ਨੂੰ। ਸਤਿਗੁਰ ਨਹੀਂ ਕਹਿਓ ਕਛ ਫੇਰੇ। ਫਿਰ ਵੀ ਗੁਰੂ ਸਾਹਿਬ ਕੁਝ ਨਹੀਂ ਬੋਲੇ। ਸਿੱਖ ਨੇ ਫਿਰ ਆਖਿਆ ਮਹਾਰਾਜ ਲੰਗਰ ਤਿਆਰ ਹੈ, ਠੰਡਾ ਹੋ ਰਿਹਾ, ਕਿਰਪਾ ਕਰੋ ਚੱਲ ਕੇ ਛਕ ਲਵੋ। ਪਰ ਸਤਿਗੁਰੂ ਜੀ ਨੇ ਜਿਵੇਂ ਸੁਣਿਆ ਹੀ ਨਾ ਹੋਵੇ। ਅੱਖਾਂ ਖੁੱਲੀਆਂ ਗੁਰੂ ਸਾਹਿਬ ਦੀਆਂ, ਦੇਖ ਰਹੇ ਨੇ ਪਰ ਬੋਲਦੇ ਨਹੀਂ। ਉਹ ਸਿੱਖ ਵੀ ਹੈਰਾਨ ਨੇ ਵੀ ਗੁਰੂ ਸਾਹਿਬ ਇੰਨੇ ਚੁੱਪ ਕਿਉਂ ਹੋ ਗਏ ਨੇ ਔਰ ਹਿੱਲਦੇ ਕਿਉਂ ਨਹੀਂ ਗੁਰੂ ਸਾਹਿਬ। ਹਾਂਜੀ, ਬੈਠ ਰਹੇ ਸਭ ਬਿਸਮ ਬਡੇਰੇ। ਮਹਾਰਾਜ ਉਦਾਂ ਹੀ ਬੈਠੇ ਰਹੇ ਤੇ ਸਾਰੀ ਸੰਗਤ ਹੈਰਾਨ ਸੀ ਵੀ ਅੱਜ ਕੀ ਹੋ ਗਿਆ ਗੁਰੂ ਸਾਹਿਬ ਜੀ ਨੂੰ। ਚਤੁਰ ਘਟੀ ਬੀਤੇ ਪੁਨ ਦਾਸ। ਜਦੋਂ 4 ਘੜੀਆਂ ਬੀਤੀਆਂ ਫੇਰ ਆਇਆ ਸਿੱਖ, ਕਿਉਂਕਿ ਉਹਨੇ ਵੇਖਿਆ ਵੀ ਲੰਗਰ ਤਾਂ ਠੰਡਾ ਹੋ ਹੀ ਜਾਂਦਾ ਹੈ। ਹਾਂਜੀ, ਹੱਥ ਜੋੜ ਕੀ ਨਸ ਅਰਦਾਸ। ਫਿਰ ਉਹਨੇ ਅਰਦਾਸ ਕੀਤੀ ਮਹਾਰਾਜ ਜੀ ਲੰਗਰ ਬਹੁਤ ਚਿਰ ਦਾ ਪੱਕਿਆ ਪਿਆ ਹੈ। ਸਿੱਧ ਅਨ ਸਭ ਸੀਤਲ ਭਇਓ। ਦਾਲ ਸਬਜੀ ਖੀਰ ਕੜਾਹ ਪ੍ਰਸ਼ਾਦੇ ਠੰਡੇ ਹੋ ਗਏ ਨੇ ਮਹਾਰਾਜ ਜੀ। ਰਾਵਰ ਬਿਨ ਕਿਨ ਹੂ ਨਹਿ ਖਇਓ। ਕਿਉਂਕਿ ਪਹਿਲਾਂ ਆਪ ਭੋਗ ਲਾਓਗੇ ਫਿਰ ਸੰਗਤ ਛਕੇਗੀ। ਜਿੰਨਾ ਚਿਰ ਗੁਰੂ ਸਾਹਿਬ ਨਹੀਂ ਛਕਦੇ ਸੰਗਤ ਵੀ ਭੋਗ ਨਹੀਂ ਲਾਂਦੀ, ਨਹੀਂ ਛਕਦੀ। ਹਾਂਜੀ, ਹੁਕਮ ਆਪ ਕੋ ਹੋਏ ਸੋ ਕਰੈ। ਜੋ ਆਪ ਜੀ ਦਾ ਹੁਕਮ ਹੋਵੇ ਕਰੀਏ। ਵਰਤ ਹੈ ਦੇਖ ਕਿਦੋਂ ਇਮ ਧਰੈ। ਦੇਖ ਵਰਤਾ ਦਈਏ, ਲੰਗਰ ਵਰਤਾ ਦਈਏ ਕਿ ਇਦਾਂ ਹੀ ਧਰ ਛੱਡੀਏ। ਸੁਨ ਕਰ ਤੂਸ਼ਨ ਕਰ ਇਸ ਤਲ ਕਾਲਾ। ਇਹ ਸੁਣ ਕੇ ਮਹਾਰਾਜ ਫਿਰ ਚੁੱਪ ਕਰੇ ਨੇ, ਬੋਲੇ ਫਿਰ ਨਹੀਂ। 4 ਘੜੀਆਂ ਬਾਅਦ ਵੀ ਜਿਹੜੀ ਅਰਦਾਸ ਸਿੱਖਾਂ ਨੇ ਕੀਤੀ ਉਹ ਵੀ ਮਹਾਰਾਜ ਸੁਣ ਤਾਂ ਲਈ, ਸਭ ਕੁਝ ਸਾਹਮਣੇ ਹੋ ਰਿਹਾ ਸੀ। ਪਰ ਮਹਾਰਾਜ ਨਾ ਆਪਣੇ ਚਰਨ ਹਿਲਾਏ ਤੇ ਨਾ ਕੋਈ ਸਿੱਖਾਂ ਨੂੰ ਜਵਾਬ ਦਿੱਤਾ। ਰਹੇ ਸਿੰਘਾਸਨ ਅਚਲ ਕਿਰਪਾਲਾ। ਉਸੇ ਤਰ੍ਹਾਂ ਸਿੰਘਾਸਣ ਤੇ ਕਿਰਪਾਲੂ ਮਹਾਰਾਜ ਬੈਠੇ ਰਹੇ। ਦੋਏ ਘਟੀ ਦਿਨ ਰਹਿਓ ਸੋ ਜਾਏ। ਜਦੋਂ 2 ਘੜੀਆਂ ਦਿਨ ਰਹਿ ਗਿਆ, ਸ਼ਾਮ ਦਾ ਰਹਿ ਰਾਸ ਦਾ ਟਾਈਮ ਸਮਝੋ ਹੋ ਗਿਆ। ਕਹਿਓ ਬਹੁਰ ਸੇਵਕ ਸਮੁਦਾਏ। ਫਿਰ ਸਾਰੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਅੱਜ ਤਾਂ ਦਿਨ ਸਾਰਾ ਬੀਤ ਗਿਆ, ਆਪ ਜੀ ਨੇ ਪਾਣੀ ਵੀ ਨਹੀਂ ਪੀਤਾ, ਆਪ ਜੀ ਨੇ ਕੋਈ ਜਲ ਪਾਣੀ ਪ੍ਰਸ਼ਾਦਾ ਨਹੀਂ ਛਕਿਆ ਤੇ ਸੰਗਤ ਵੀ ਇਸੇ ਤਰ੍ਹਾਂ ਕੜਾਕੇ ਵਿੱਚ ਹੀ ਬੈਠੀ ਹੈ ਸਵੇਰ ਦੀ। ਗੁਰੂ ਗਰੀਬ ਨਿਵਾਜ ਕਿਰਪਾਲਾ। ਗਰੀਬ ਨਵਾਜ ਸਤਿਗੁਰੂ ਜੀ। ਲੀਲਾ ਤੁਮਰੀ ਅਦਕ ਬਿਸਾਲਾ। ਆਪ ਜੀ ਦੀ ਲੀਲਾ ਬੜੀ ਅਚਰਜ ਹੈ ਮਹਾਰਾਜ ਜੀਓ। ਹਮ ਅਲਪਗ ਜੀਵ ਕਿਆ ਜਾਣੈ। ਅਸੀਂ ਥੋੜੀ ਬੁੱਧੀ ਵਾਲੇ ਹਾਂ, ਅਲਪਗ ਹਾਂ ਮਹਾਰਾਜ, ਅਸੀਂ ਨਹੀਂ ਜਾਣ ਸਕਦੇ ਆਪ ਜੀ ਦੀ ਮਹਿਮਾ ਨੂੰ। ਬਿਨਾ ਆਪਕੇ ਕਰੇ ਬਖਾਨੈ। ਆਪ ਜੀ ਦੇ ਕਹੇ ਤੋਂ ਬਿਨਾਂ ਸਾਨੂੰ ਸਮਝ ਨਹੀਂ ਲੱਗਣੀ। ਆਪ ਦੱਸੋਗੇ ਤਾਂ ਪਤਾ ਲੱਗੇਗਾ, ਜੇ ਆਪ ਜੀ ਦੱਸਦੇ ਨਹੀਂ ਤੇ ਆਪ ਜੀ ਦੀ ਰਮਜ ਦੀ ਸਾਨੂੰ ਸਮਝ ਨਹੀਂ ਆਉਂਦੀ। ਹਾਂਜੀ, ਸਰਬ ਦਿਓਸ ਬੈਠਿਓ ਸੋ ਬਿਤਾਇਓ। ਸੱਚੇ ਪਾਤਸ਼ਾਹ ਜੀ ਸਾਰਾ ਦਿਨ ਬੈਠਿਆਂ ਹੀ ਬਤੀਤ ਕਰ ਦਿੱਤਾ ਹੈ। ਰਾਵਰ ਨੇ ਪਗ ਨਹੀਂ ਹਿਲਾਇਓ। ਆਪ ਜੀ ਨੇ ਆਪਣੇ ਚਰਨ ਨਹੀਂ ਹਿਲਾਏ, ਆਪਣੇ ਪੈਰਾਂ ਨੂੰ ਜਿੱਥੇ ਟਿਕਾਇਆ ਉੱਥੇ ਹੀ ਸਵੇਰ ਦੇ ਟਿਕੇ ਹੋਏ ਹਨ। ਦੇਗ ਬਖੈ ਭੋਜਨ ਸਭ ਤਿਆਰ। ਲੰਗਰ ਦੁਪਹਿਰ ਦਾ ਪੱਕਿਆ ਹੋਇਆ ਠੰਡਾ ਹੋ ਗਿਆ, ਹੁਣ ਤੇ ਸ਼ਾਮ ਦਾ ਲੰਗਰ ਵੀ ਤਿਆਰ ਵਾਲਾ ਹੋਣ ਵਾਲਾ ਹੋ ਗਿਆ। ਧਰਿਓ ਰਹਿਓ ਸੋ ਤਿਸੀ ਪ੍ਰਕਾਰ। ਸਾਰਾ ਲੰਗਰ ਉਦਾਂ ਹੀ ਪਿਆ, ਕਿਸੇ ਨੇ ਮੂੰਹ ਨਹੀਂ ਲਾਇਆ, ਆਪ ਜੀ ਨੇ ਨਹੀਂ ਨਾ ਛਕਿਆ। ਸੰਗਤ ਵੀ ਸਾਰੀ ਭੁੱਖੀ ਬੈਠੀ ਹੈ। ਸਿੱਖਿਆ ਨੇ ਕੇਰ ਸੰਦੇਹ ਮਹਾਨਾ। ਸਿੱਖਾਂ ਦੇ ਮਨ 'ਚ ਬੜਾ ਭਾਰੀ ਸੰਸਾ ਹੋ ਰਿਹਾ ਗੁਰੂ ਜੀ। ਕਿਆ ਕਾਰਨ ਪਾ ਕਰੋ ਬਖਾਨਾ। ਇਹ ਕੀ ਕਾਰਨ ਹੋਇਆ ਗਰੀਬ ਨਵਾਜ ਜੀ, ਆਪ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ। ਦਾਸਨ ਕੀ ਸੁਣ ਕੈ ਅਰਦਾਸ। ਮਹਾਰਾਜ ਸਿੱਖਾਂ ਦੀ ਅਰਦਾਸ ਸੁਣ ਕੇ ਬਿਕਸਤ ਸੁਖ ਮੁਖ ਤੇ ਕੀਨ ਪ੍ਰਕਾਸ਼। ਮਹਾਰਾਜ ਪ੍ਰਸੰਨ ਹੋ ਕੇ ਬੋਲੇ। ਕਾਬਲ ਮਹਿ ਗੋਂਦਾ ਸਿੱਖ ਰਹੇ। ਮਹਾਰਾਜ ਕਹਿੰਦੇ ਕਾਬਲ ਵਿੱਚ ਭਾਈ ਗੋਂਦਾ ਸਿੱਖ ਰਹਿੰਦਾ ਸਾਡਾ। ਧਰੇ ਧਿਆਨ ਦੋਨੋਂ ਪਦ ਕਹੇ। ਅੱਜ ਉਹਨੇ ਧਿਆਨ ਵਿੱਚ ਸਵੇਰੇ ਸਾਡੇ ਦੋਵੇਂ ਚਰਨ ਫੜ ਲਏ ਸੀ। ਕਿਸ ਬਿਦ ਤਿਸ ਤੇ ਚਰਨ ਛਟਾਵਾਂ। ਹੁਣ ਉਹ ਚਰਨ ਫੜੀ ਬੈਠਾ, ਛਡਾਈਏ ਕਿਵੇਂ? ਉਹਦੇ ਕੋਲੋਂ ਕਿਵੇਂ ਚਰਨ ਛਡਾਈਏ? ਜੋ ਪ੍ਰੇਮ ਨਾਲ ਫੜੀ ਬੈਠਾ ਸਵੇਰ ਦਾ, ਉਹਨੇ ਵੀ ਅੱਖ ਨਹੀਂ ਖੋਲੀ। ਉਹ ਵੀ ਉਹਦੀ ਸੁਰਤ ਐਸੀ ਚੜੀ ਹੈ, ਉਹ ਮਾਤਲੋਕ ਵਿੱਚ ਹੈ ਹੀ ਨਹੀਂ, ਉਹਦਾ ਸੱਚਖੰਡ ਪਹੁੰਚਿਆ ਹੋਇਆ, ਨਜ਼ਾਰਾ ਹੀ ਵੱਖਰਾ ਬਣਿਆ ਹੋਇਆ ਉਹਦਾ ਧਿਆਨ ਕਿਵੇਂ ਤੋੜੀਏ? ਬਿਨਾ ਛਟੇ ਕਿਮ ਲੰਗਰ ਜਾਵਾ। ਜਿੰਨਾ ਚਿਰ ਸਾਡੇ ਚਰਨ ਨਹੀਂ ਛੱਡਦਾ ਅਸੀਂ ਲੰਗਰ 'ਚ ਕਿਵੇਂ ਜਾਈਏ? ਰਹਿਓ ਉਡੀਕਤ ਸ਼ੋ ਰਹਿ ਮੋਹੀ। ਸਾਨੂੰ ਉਡੀਕਦੇ, ਅਸੀਂ ਉਹਨੂੰ ਉਡੀਕਦੇ ਹਾਂ ਵੀ ਜਦੋਂ ਛੱਡੇਗਾ ਅਸੀਂ ਲੰਗਰ ਛਕਾਂਗੇ। ਸਾਧ ਸੰਗਤ ਜੀ, ਮਹਾਰਾਜ ਬਾਣੀ 'ਚ ਕਹਿੰਦੇ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਇਹ ਵਾਹਿਗੁਰੂ ਤੇਰੇ ਭਗਤ ਤੈਨੂੰ ਡੋਰਾ ਪਾ ਕੇ ਬੰਨ੍ਹ ਲੈਂਦੇ ਆ। ਅੱਜ ਗੋਂਦੇ ਨੇ ਪੈਰੋਂ ਫੜ ਲਿਆ, ਸਾਰਾ ਦਿਨ ਹਿੱਲਣ ਨਹੀਂ ਦਿੱਤਾ।
ਇਹ ਗੁਰੂ ਕੇ ਸਿੱਖਾਂ ਦੀ ਕਮਾਈ ਹੈ। ਹਾਂਜੀ, ਡੇਢ ਕਹਿ ਰਾਖਿਓ ਤਿਆਗ ਨਾ ਹੇਹੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪੱਕੇ ਤੌਰ ਤੇ ਪਕੜ ਲਿਆ ਤੇ ਛੱਡ ਨਹੀਂ ਸਕਦੇ। ਜਬ ਸੰਧਿਆ ਹੋਈ ਦਿਨ ਗਇਓ, ਤੇ ਜਦੋਂ ਸੰਧਿਆ ਹੋਈ ਦਿਨ ਬੀਤਿਆ ਤਬ ਗੋਂਦਾ ਜਾਗਤ ਤਹ ਭਇਓ। ਤਾਂ ਗੋਂਦੇ ਦੀ ਅੱਖ ਖੁੱਲੀ। ਭਾਈ ਗੋਂਦੇ ਦਾ ਧਿਆਨ ਉਖੜਿਆ। ਉਹ ਸੰਸਾਰੀ ਬਿਰਤੀ ਵਿੱਚ ਮਾਤਲੋਕ ਵਿੱਚ ਆਇਆ, ਦੁਨੀਆ ਵਿੱਚ ਆਇਆ। ਹਾਂਜੀ, ਛਟੀ ਸਮਾਧ ਦੇਹ ਸਦ ਹੋਈ। ਜਦੋਂ ਸਮਾਧ ਉਖੜੀ ਆਪਣੇ ਸਰੀਰ ਦੀ ਉਹਨੂੰ ਸੋਝੀ ਹੋਈ, ਤਜੈ ਚਰਨ ਕਰਤੇ ਤਬ ਦੋਈ। ਉਦੋਂ ਮਹਾਰਾਜ ਦੇ ਚਰਨ ਛੱਡੇ ਤੇ ਮਹਾਰਾਜ ਉੱਠੇ ਤੇ ਪ੍ਰਸ਼ਾਦਾ ਛਕਿਆ। ਉੱਠ ਕਰ ਗਮਨੇ ਸ਼੍ਰੀ ਹਰਿ ਰਾਏ। ਸਤਿਗੁਰੂ ਜੀ ਉੱਠ ਕੇ ਗਏ ਲੰਗਰ ਵਿੱਚ। ਸਦਾ ਪ੍ਰੇਮ ਬਸ ਜਿਨ ਹੋ ਸੁਭਾਏ। ਜਿਹੜੇ ਸਦਾ ਹੀ ਆਪਣੇ ਪ੍ਰੇਮੀਆਂ ਦੇ ਪ੍ਰੇਮ ਦੇ ਵਸ ਵਿੱਚ ਰਹਿੰਦੇ, ਸੁਭਾਅ ਹੈ ਮਹਾਰਾਜ ਦਾ। ਫਿਰ ਸੰਗਤ ਨੂੰ ਦੱਸਿਆ। ਜਦੋਂ ਭਾਈ ਗੋਂਦਾ ਜੀ ਆਉਣਗੇ ਤੇ ਉਹੀ ਸਮਾਂ ਸੰਗਤ ਨੋਟ ਕਰਕੇ ਪੁੱਛੇਗੀ ਵੀ ਉਸ ਦਿਨ ਕੀ ਹੋਇਆ ਸੀ, ਤੇ ਭਾਈ ਸਾਹਿਬ ਫਿਰ ਦੱਸਣਗੇ ਵੀ ਇਸੇ ਤਰ੍ਹਾਂ ਹੋਇਆ ਸੀ। ਮੈਂ ਮਹਾਰਾਜ ਦੇ ਚਰਨਾਂ ਦਾ ਧਿਆਨ ਲਾ ਕੇ ਬੈਠਾ ਸੀ ਤੇ ਮਹਾਰਾਜ ਸਾਹਿਬ ਜੀ ਦੇ ਧਿਆਨ ਵਿੱਚ ਹੀ ਸਾਰਾ ਦਿਨ ਬੀਤ ਗਿਆ ਸੀ। ਤੇ ਸੰਗਤ ਨੇ ਦੱਸਿਆ ਵੀ ਮਹਾਰਾਜ ਇੱਧਰੋਂ ਸਾਰਾ ਦਿਨ ਤੁਹਾਡੇ ਪਿਆਰ ਦੇ ਬੱਝੇ ਆਸਣ ਤੋਂ ਹਿੱਲੇ ਨਹੀਂ ਸਨ। ਇਹੋ ਜਿਹੀਆਂ ਸਾਖੀਆਂ ਸਾਧ ਸੰਗਤ ਜੀ ਉਹਨਾਂ ਗੁਰਸਿੱਖਾਂ ਦੀਆਂ ਜਿਨ੍ਹਾਂ ਨੇ ਗੁਰੂ ਵਾਸਤੇ ਸਾਰਾ ਕੁਝ ਗੁਰੂ ਨੂੰ ਹੀ ਸਮਝਿਆ। ਅੱਜ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਸਾਡੇ ਵਿੱਚ ਗੁਰੂ ਦੇ ਪਿਆਰ ਦੀ ਘਾਟ ਆ ਰਹੀ ਹੈ। ਪ੍ਰੇਮ ਭਗਤੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਤੇ ਖੁਆਰ ਹੋ ਰਹੇ ਹਾਂ। ਗੁਰੂ ਕਿਰਪਾ ਕਰੇ ਸਾਡੇ ਅੰਦਰ ਉਹ ਪੁਰਾਤਨ ਸਿੰਘਾਂ ਵਾਲਾ ਪ੍ਰੇਮ, ਨਾਮ ਬਾਣੀ ਦਾ ਅਭਿਆਸ, ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਹੋਵੇ। ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਬਣ ਜਾਵਾਂਗੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।